ਹੁਣੇ ਹੀ ਉਹਨਾਂ ਨਾਲ ਗੱਲ ਹੋਈ ਹੈ ਸ਼ੋਰੂਮ ਵਾਲਾ ਰਾਣਾ ਫਾਰਮ ਨਾਲ। ਉਹਨਾਂ ਆਖਿਆ ਕਿ ਕੇ ਸੀਰੀਅਲ ਤੇ ਤੁਹਾਨੂੰ 24 ਦੀ ਸੀਰੀਅਲ ਦੋਨੋਂ ਮਿਲ ਰਹੇ ਨੇ। ਰੀਸੇਲ ਵੈਲਿਊ 'ਚ ਮਿਲਤ ਸਭ ਤੋਂ ਅੱਗੇ ਵੇ, ਦਬੰਗ ਔਰ ATS ਬਾਅਦ। ਇਸ ਵਾਸਤੇ ਮੇਰਾ ਮਸ਼ਵਰਾ ਹੈ ਕਿ ਇੰਜ ਦੀ ਚੀਜ਼ ਲਓ ਕਿ ਕੱਲ ਨੂੰ ਦੇਣੀ ਵੀ ਪਵੇ ਤਾਂ ਉਹਦੇ ਤੁਹਾਨੂੰ ਕੋਈ ਮਸਲਾ ਮਸਾਇਲ ਨਾ ਪੈਦਾ ਹੋਵੇ। ਪੈਰਾਗੋਨ ਆਟੋ ਦੇ ਦੇਖਣ ਵਾਲੇ ਦੋਸਤਾਂ ਨੂੰ ਇੱਕ ਦਫਾ ਫਿਰ ਆਪਾਂ ਵੈਲਕਮ ਕਹਿੰਦੇ ਆ ਜੀ। ਤੇ ਜਿੱਦਾਂ ਕਿ ਆਪਾਂ ਲਾਹੌਰ ਮਾਰਕੀਟ ਦੇ ਵਿੱਚ ਮੌਜੂਦ ਹਾਂ ਤੇ ਅੱਜ ਆਪਾਂ ਤੁਹਾਨੂੰ ਸਾਰੀ ਅਪਡੇਟ ਦਿਆਂਗੇ ਲਾਹੌਰ ਮਾਰਕੀਟ ਦੀ। ਕਸਟਮਰ ਸਾਡੇ ਨਾਲ ਨੇ, ਉਹਨਾਂ ਨੇ 2 ਟਰੈਕਟਰ ਪਰਚੇਜ਼ ਕੀਤੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਕਿ ਅੱਜ ਦੀ ਕੀ ਸਿਚੁਏਸ਼ਨ ਚੱਲ ਰਹੀ ਆ, ਰੇਟਾਂ ਦੇ ਉੱਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਹੋਰ ਜਿਹੜੀ ਵੀ ਮਾਰਕੀਟ ਦੀ ਅਪਡੇਟ ਆ ਉਹਨਾਂ ਕੋਲ ਪੁੱਛਾਂਗੇ ਤੇ ਆਪਾਂ ਗੱਲਬਾਤ ਸਟਾਰਟ ਕਰਨੇ ਆ। अस्सलाम वालेकुम सर। जी वालेकुम अस्सलाम। अच्छा सर, अपना तारुफ करवा देना ज़रा। जी मेरा नाम नसरुल्ला खां है, ज़िला हफ्ज़ाबाद को मेरा ताल्लुक है, बेशक मैं ज़मींदार हाँ। अच्छा नसरुल्ला साहब, एक दफ़ा देखने वाले दोस्तों को दसो कि केड़ा ट्रैक्टर लिया है और किन्ने ट्रैक्टर लए ने तुसी? मैं 385 लाया जे सादे 4x4 नहीं लिया ते असा 2 ट्रैक्टर लाए ने। अच्छा नसरुल्ला साहब, एक दफ़ा देखने वाले दोस्तों को एक गल दस दो कि नगदा च ले ने या बैंक लीज ले ने ट्रैक्टर? मैं कैश का लिया जे ते एक बैंक तो लिया जी। अच्छा नसरुल्ला साहब, तुहाडे कोल असीं दोवें प्रोसैस जानना गए कि बैंक तो लैण दा की तरीकाकार आ ते कैशां च लैण दा की तरीकाकार आ? 34,65,000 ਦੀ ਇਨਵਾइस है कैश दी, ਉਹ 34 पे कीता है। दूसरे नंबर ते बैंक ਦਾ प्रोसैस है कि 7% मार्कअप है और ਉਹਦੀ ਤੁਹਾਨੂੰ ਤੀਜਾ ਹਿੱਸਾ पेमेंट ਜਿਹੜੀ एडवांस जमा करानी पैंदी है 12 ਲੱਖ रुपये। 12 ਲੱਖ ਰੁਪਇਆ ਜਮ੍ਹਾਂ ਕਰਵਾਉਣ ਤੋਂ ਬਾਅਦ ਕਿੰਨਾ ਟਾਈਮ ਬੈਂਕ ਲੈਂਦੀ ਹੈ ਜਿਹੜਾ ਕਿ ਤੁਹਾਨੂੰ ਟਰੈਕਟਰ ਡਿਲੀਵਰ ਕਰ ਦਿੰਦੀ ਹੈ? ਮੇਰੇ ਖਿਆਲ ਹੈ ਮੈਕਸਿਮਮ 1 ਮਹੀਨੇ ਦੇ ਵਿੱਚ ਸਾਨੂੰ ਟਰੈਕਟਰ ਦੀ ਡਿਲੀਵਰੀ ਹੋਊਗੀ। ਅੱਛਾ ਜੀ ਨਸਰੁੱਲਾ ਸਾਹਿਬ, ਇਹ ਦੱਸੋ ਕਿ ਕਿੰਨੀ ਪੈਲੀ ਜਾਂ ਕਿੰਨੀ ਜ਼ਮੀਨ ਜਿਹੜੀ ਆ ਉਹ ਪਲੱਜ ਕਰਦੀ ਹੈ ਬੈਂਕ ਜਿਹਦੇ ਇਵਜ਼ ਸਾਨੂੰ ਟਰੈਕਟਰ ਦਿੰਦੀ ਹੈ? ਬੈਂਕ ਜਿਹੜੀ ਇਹ 40 ਕਨਾਲ ਤੋਂ ਉੱਤੇ ਰਕਬਾ ਪਲੱਜ ਕਰ ਰਿਹਾ ਹੈ, 12 ਕਿੱਲੇ 10 ਕਿੱਲੇ 8 ਕਿੱਲੇ 40 ਕਨਾਲ ਤੋਂ ਉੱਤੇ ਪਲੱਜ ਕਰ ਰਿਹਾ ਹੈ। ਠੀਕ ਆ। ਬੈਂਕ ਤੋਂ ਲੈਣ ਦੇ ਵਿੱਚ ਨਸਰੁੱਲਾ ਸਾਹਿਬ ਕੋਈ ਪਰੇਸ਼ਾਨੀ ਵੀ ਆਂਦੀ ਹੈ? ਜਿਹੜੇ ਜ਼ਿਮੀਂਦਾਰ ਹਜ਼ਰਾਤ ਲੋਕਲ ਕੰਪਨੀਆਂ ਦੇ ਕੋਲ ਜਾਂ ਲੋਕਲ ਤਰੀਕਿਆਂ ਨਾਲ ਫਸ ਜਾਂਦੇ ਨੇ ਤੇ ਫਿਰ ਆਪਣੇ ਪੈਸੇ ਜ਼ਾਇਆ ਕਰ ਪੈਂਦੇ ਆ, ਉਹਨਾਂ ਨੂੰ ਦੇਖਣ ਵਾਲੇ ਦੋਸਤਾਂ ਨੂੰ ਦੱਸੋ ਕਿ ਬੈਂਕ ਤੋਂ ਲੈਣ ਦਾ ਤਰੀਕਾਕਾਰ ਕਿੰਨਾ ਕੁ ਈਜ਼ੀ ਆ ਤੇ ਕੀ ਉਹਨਾਂ ਨੂੰ ਬੈਂਕ ਤੋਂ ਲੈਣਾ ਚਾਹੀਦਾ ਜਾਂ ਪ੍ਰਾਈਵੇਟ ਅਦਾਰਿਆਂ ਕੋਲ ਲੈਣਾ ਚਾਹੀਦਾ? ਮੇਰੇ ਖਿਆਲ ਨਾਲ ਕਿ ਬੈਂਕ ਇੱਕ ਗਵਰਨਮੈਂਟ ਦਾ ਇਦਾਰਾ ਹੈ, ਇੱਕ ਲੀਗਲ ਇਦਾਰਾ ਹੈ, ਉਹਦੇ ਤੋਂ ਲੈਣਾ ਚਾਹੀਦਾ ਹੈ। ਪ੍ਰਾਈਵੇਟ ਇਦਾਰਿਆਂ ਦੇ ਵਿੱਚ ਫਰਾਡ ਹੋ ਜਾਂਦਾ ਹੈ, ਘੱਟ ਮਾਰਕਅਪ ਦਾ ਝਾਂਸਾ ਦੇ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਇਸ ਵਾਸਤੇ ਤੁਹਾਨੂੰ ਬੈਂਕ ਤੋਂ ਟਰੈਕਟਰ ਲੈਣਾ ਚਾਹੀਦਾ ਹੈ। ਅੱਛਾ ਜੀ ਨਸਰੁੱਲਾ ਸਾਹਿਬ, ਕੈਸ਼ ਦੇ ਦੇਖਣ ਵਾਲੇ ਦੋਸਤਾਂ ਨੂੰ ਦੱਸੀਏ ਕਿ ਹਾਜ਼ਰ ਸਟਾਕ ਮਾਰਕੀਟ 'ਚੋਂ ਟਰੈਕਟਰ ਲਿਆ ਜਾਂ ਬੁਕਿੰਗ ਕਰਵਾ ਕੇ ਤੁਸੀਂ ਟਰੈਕਟਰ ਲਿਆ ਹੈ? ਸਾਡਾ ਤਕਰੀਬਨ ਜਿਹੜਾ ਨਾ 20-25 ਦਿਨ ਦੀ ਬੁਕਿੰਗ ਮੈਕਸਿਮਮ ਹੋਈ ਹੈ। ਅੱਛਾ, ਤੁਸੀਂ ਕੈਸ਼ ਦਾ ਟਰੈਕਟਰ ਵੀ ਬੁੱਕ ਕਰਵਾ ਕੇ ਤੇ ਫਿਰ ਲਿਆ ਇਨਵਾइस ਰੇਟ ਤੇ 34,65,000 ਦੇ ਵਿੱਚ? ਸਾਨੂੰ ਇਨਵਾइस ਰੇਟ ਤੇ ਹੀ ਲੱਗਾ। ਅੱਛਾ ਨਸਰੁੱਲਾ ਸਾਹਿਬ, ਕੋਈ ਇਸ ਤਰ੍ਹਾਂ ਦਾ ਸੀਨ ਹੈਗਾ ਕਿ ਮਾਰਕੀਟ ਦੇ ਵਿੱਚ ਹਾਜ਼ਰ ਸਟਾਕ ਪੁਰਾਣੇ ਮਾਡਲ ਟਰੈਕਟਰ ਕੈਸ਼ ਰੇਟ ਜਿਹੜੇ ਆ ਉਹ ਥੱਲੇ ਵੇਚ ਰਹੇ ਨੇ ਭਲਾ ਇਨਵਾइस ਰੇਟ ਤੋਂ? ਮੇਰਾ ਖਿਆਲ ਨਹੀਂ, ਬਰਾਬਰਾਂ 'ਚ ਸੇਲ ਹੋ ਰਹੇ ਨੇ ਜੀ। ਠੀਕ ਹੋ ਗਿਆ। ਅੱਛਾ ਨਸਰੁੱਲਾ ਸਾਹਿਬ, ਦੇਖਣ ਵਾਲੇ ਦੋਸਤਾਂ ਨੂੰ ਜ਼ਿਮੀਂਦਾਰਾਂ ਨੂੰ ਹੋਰ ਕੀ ਮਸ਼ਵਰਾ ਦੇਣਾ ਚਾਹੋਗੇ? ਕੋਈ ਆਪਣੀ ਤਰਫੋਂ ਉਹ ਵੀ ਜ਼ਰਾ ਸ਼ੇਅਰ ਕਰ ਦਿਓ। मेरा यही मशवरा है कि अगर जिमीदारे वास्ते तुसा हड़ा वास्ते वाही वास्ते लेना है तो 385 बेस्ट है। अगर तुसा लोडिंग वास्ते ट्राले वास्ते लेना है तो फिर बिलारस तो अगे कोई ट्रैक्टर नहीं। ਨਸਰੁੱਲਾ ਸਾਹਿਬ, ਅਸਲ 'ਚ ਮਸਲਾ ਹੈ ਕਿ ਸਾਡੇ ਦਾ ਜ਼ਿਮੀਂਦਾਰ ਦੋਸਤਾਂ ਦੇ ਕੋਲੋਂ ਨਾ 70 ਲੱਖ ਰੁਪਈਆ ਹੋਵੇ ਤੇ ਨਾ ਉਹ ਬਿਲਾਰਸ ਲੈਣ। ਅਸਲ 'ਚ ਉਹਨਾਂ ਨੇ ਬਜਟ 'ਚ ਰਹਿੰਦਿਆਂ ਹੋਇਆ ਟਰੈਕਟਰ ਲੈਣਾ ਹੁੰਦਾ ਵਾ। ਉਹਦੇ ਮੁਕਾਬਲੇ ਤੇ ਆਪਾਂ ਗੱਲ ਕਰੀਏ ਤੇ ਦਬੰਗ 85 ਹਾਰਸ ਪਾਵਰ ਦਾ ਹੈਗਾ ਵਾ, ATS ਵਾਲਿਆਂ ਦਾ ਟਰੈਕਟਰ ਵਾ ਤੇ ਮੈਸੀ ਵਾਲਿਆਂ ਦਾ 385 ਆ। ਇਹਨਾਂ ਤਿੰਨਾਂ ਟਰੈਕਟਰਾਂ 'ਚੋਂ ਤੁਸੀਂ ਮੈਸੀ ਨੂੰ ਪਸੰਦ ਕਰਦੇ ਹੋ ਜਾਂ ਬਾਕੀਆਂ ਦੇ ਮੁਕਾਬਲੇ? ਕੀ ਗੱਲਬਾਤ ਆਪਣੇ ਜ਼ਿਹਨ 'ਚ ਰੱਖਦੇ ਹੋ? ਮੈਂ ਇਹਨਾਂ ਤਿੰਨਾਂ 'ਚੋਂ ਮੈਸੀ ਨੂੰ ਇਸ ਤੋਂ ਜ਼ਿਆਦਾ ਪਸੰਦ ਕਰਨਾ ਕਿ ਕੋਈ ਚੀਜ਼ ਜਿਹੜੀ ਹੈ ਉਸ ਨੂੰ ਅਗਰ ਤੁਸੀਂ ਲੈ ਲੈਂਦੇ ਹੋ ਤੇ ਕਦੀ ਦੇਣੀ ਵੀ ਪੈ ਜਾਂਦੀ ਹੈ। ਰੀਸੇਲ ਵੈਲਿਊ 'ਚ ਮਿਲਤ ਸਭ ਤੋਂ ਅੱਗੇ ਵੇ, ਦਬੰਗ ਔਰ ATS ਬਾਅਦ। ਇਸ ਵਾਸਤੇ ਮੇਰਾ ਮਸ਼ਵਰਾ ਹੈ ਕਿ ਇੰਜ ਦੀ ਚੀਜ਼ ਲਓ ਕਿ ਕੱਲ ਨੂੰ ਦੇਣੀ ਵੀ ਪਵੇ ਤਾਂ ਉਹਦੇ ਤੁਹਾਨੂੰ ਕੋਈ ਮਸਲਾ ਮਸਾਇਲ ਨਾ ਪੈਦਾ ਹੋਵੇ। ਇੱਕ ਗੱਲ ਤੇ ਤੁਹਾਡੀ ਬਿਲਕੁਲ ਸਮਝ 'ਚ ਆਉਣ ਵਾਲੀ ਆ ਕਿ ਮੈਸੀ ਦੀ ਇੱਕ ਜਿਹੜੀ ਮਾਰਕੀਟ ਆ ਉਹ ਦੂਜੇ ਟਰੈਕਟਰਾਂ ਦੀ ਨਿਸਬਤ ਜ਼ਿਆਦਾ ਸਟੇਬਲ ਆ। ਜਿਹੜਾ ਮੈਸੀ ਟਰੈਕਟਰ ਆ ਹਾਰਡ ਕੈਸ਼ ਹੀ ਤੁਹਾਡੇ ਕੋਲ ਹੁੰਦੀ ਆ, ਤੁਸੀਂ ਜਦੋਂ ਚਾਹੋ ਇਹਨੂੰ ਸੇਲ ਕਰਕੇ ਤੇ ਆਪਣੇ ਪੈਸੇ ਕੈਸ਼ ਕਰ ਸਕਦੇ ਹੋ। ਅੱਛਾ ਜੀ ਨਸਰੁੱਲਾ ਸਾਹਿਬ, ਸਾਡੇ ਦੇਖਣ ਵਾਲੇ ਦੋਸਤਾਂ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਹਾਡੇ ਕੋਲੋਂ ਮੈਸੀ ਟਰੈਕਟਰ ਪਹਿਲੇ ਵੀ ਹੈਗਾ ਵਾ ਔਰ ਕਿੰਨੀ ਦੇਰ ਤੋਂ ਤੁਸੀਂ ਯੂਜ਼ ਕਰ ਰਹੇ ਹੋ ਜਾਂ ਕਿਹੜੇ ਟਰੈਕਟਰ ਤੁਸੀਂ ਯੂਜ਼ ਕੀਤੇ ਨੇ ਤੇ ਆਪਣੇ ਐਕਸਪੀਰੀਅੰਸ ਦੇ ਮੁਤਾਬਕ ਤੁਸੀਂ ਕਿਹੜੇ ਟਰੈਕਟਰ ਨੂੰ ਬਿਹਤਰ ਸਮਝਦੇ ਹੋ? जी मैं पहले यूज़ किया जे फीएट फोर्ड बिलारस, उस तो बाद एक साढ़े अजीज़ा को वैसी भी सी वो चलाया है, मज़ा आया है। इस वास्ते मैं इस ट्रैक्टर आया और मैं 2 बुक करवाया।
ਅੱਛਾ ਜੀ, ਇਹਦੇ ਵਿੱਚ ਕੋਈ ਕਲੇਮ ਵਗੈਰਾ ਦੇਖਣ ਨੂੰ ਕਦੀ ਮਿਲਿਆ ਹੋਵੇ ਜਾਂ ਕੋਈ ਐਸੀ ਸ਼ੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਚੇਂਜ ਕਰ ਦਿੱਤੀ ਜਾਵੇ ਤੇ ਬਿਹਤਰ ਵਾ? ਜੀ ਮੇਰਾ ਜ਼ਾਤੀ ਤੌਰ ਤੇ ਫਸਟ ਐਕਸਪੀਰੀਅੰਸ ਹੈ, ਇਸ ਨੂੰ ਮੈਂ ਯੂਜ਼ ਕਰਾਂਗਾ ਔਰ ਇਹਦੇ ਬਾਰੇ ਜਿਹੜਾ ਵੀ ਕਲੇਮ ਹੋਵਾਂਗਾ ਫਿਰ ਇਨਸ਼ਾਅੱਲਾ ਆਪਣੇ ਕੰਪਨੀ ਨੂੰ ਫੀਡਬੈਕ ਜ਼ਰੂਰ ਦੇਵਾਂਗੇ। ਅੱਛਾ ਜੀ, ਤੁਸੀਂ ਦੇਖਣ ਵਾਲੇ ਦੋਸਤਾਂ ਨੇ ਦੱਸੋ, ਫੀਅਟ ਤੁਸੀਂ ਇਸਤੇਮਾਲ ਕੀਤਾ ਵਾ, ਫੀਅਟ ਟਰੈਕਟਰ ਦੇ ਵਿੱਚ ਤੁਹਾਨੂੰ ਕਿਹੜਾ ਮਸਲਾ ਪੇਸ਼ ਆਇਆ ਤੇ ਕਿਉਂ ਤੁਸੀਂ ਉਹਨੂੰ ਚੇਂਜ ਕਰਕੇ ਮੈਸੀ ਤੇ ਆਏ ਹੋ? ਫੀਅਟ ਦੇ ਵਿੱਚ ਇਹ ਮਸਲਾ ਆਇਆ ਸੀ ਕਿ ਫੀਅਟ ਜਿਹੜਾ ਹੈ ਵਜ਼ਨ ਦੇ ਲਿਹਾਜ਼ ਨਾਲ ਹਲਕਾ ਸੀ, ਲੋਡਿੰਗ ਸ਼ੂਡਿੰਗ ਦੇ ਕੰਮ ਦੇ ਵਿੱਚ ਆ ਕੇ ਉਹ ਨਹੀਂ ਕੰਮ ਦਿੰਦਾ ਔਰ ਤਕਰੀਬਨ ਜਿਹੜਾ ਨਾ ਮੇਰੇ ਹਿਸਾਬ ਨਾਲ ਕਿ ਫੀਅਟ ਨਹੀਂ ਠੀਕ। ਫੀਅਟ ਦਾ ਇੱਕ ਨਵਾਂ ਟਰੈਕਟਰ ਦਬੰਗ 85 ਆਇਆ ਵਾ, ਉਹਦੇ ਬਾਰੇ ਕੋਈ ਖਿਆਲ ਹੈਗਾ, ਕੋਈ ਇਸਤੇਮਾਲ ਕੀਤਾ ਹੈ ਤੁਸੀਂ ਕਿ ਨਹੀਂ ਇਸਤੇਮਾਲ ਕੀਤਾ? ਜੀ ਮੈਂ ਦਬੰਗ 85 ਨਹੀਂ ਇਸਤੇਮਾਲ ਕੀਤਾ। ਇਹ ਠੀਕ ਹੋ ਗਿਆ। ਅੱਛਾ ਜੀ, ਨਸਰੁੱਲਾ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ। ਤੇ ਦੇਖਣ ਵਾਲੇ ਦੋਸਤਾਂ ਨੂੰ ਆਪਾਂ ਦੱਸਦੇ ਚੱਲੀਏ ਕਿ ਨਸਰੁੱਲਾ ਸਾਹਿਬ ਨੇ 2 ਟਰੈਕਟਰ ਅੱਜ ਬੁੱਕ ਕਰਵਾਏ ਨੇ, ਜਿੱਦਾਂ ਕਿ ਆਪਾਂ ਸਾਰੀ ਗੱਲਬਾਤ ਦੇ ਵਿੱਚ ਆਪਾਂ ਤੁਹਾਡਾ ਸ਼ੇਅਰ ਕੀਤੀ ਡਿਟੇਲ। ਇੱਕ ਉਹਨਾਂ ਨੇ ਕੈਸ਼ਾਂ ਦੇ ਵਿੱਚ ਲਿਆ ਵਾ, ਜਿਹੜਾ 34,65,000 ਇਨਵਾਈਸ ਰੇਟ ਚੱਲਦੀ ਪਈ ਆ, ਉਹਦੇ ਉੱਤੇ ਉਹਨਾਂ ਨੂੰ ਮਿਲਿਆ ਵਾ। ਤੇ ਸੈਕਿੰਡ ਉਹਨਾਂ ਬੈਂਕ ਤੋਂ ਲਿਆ। ਦੋਨੇ ਪ੍ਰੋਸੈਸ ਜਿਹੜੇ ਨੇ ਆਪਾਂ ਨਸਰੁੱਲਾ ਸਾਹਿਬ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਏ ਆ। ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ। ਅੱਛਾ ਨਸਰੁੱਲਾ ਸਾਹਿਬ, ਇੱਕ ਚੀਜ਼ ਹੋਰ ਦੋਸਤਾਂ ਨੂੰ ਦੱਸਿਓ ਕਿ ਜਿਹੜਾ ਟਰੈਕਟਰ ਤੁਸੀਂ ਬੁੱਕ ਕਰਵਾਇਆ ਕੈਸ਼ਾਂ ਵਾਲਾ ਜਾਂ ਬੈਂਕ ਵਾਲਾ, ਇਹ 2024 ਮਾਡਲ ਆ ਜਾਂ 2023 ਮਾਡਲ? ਮੇਰੀ ਹੁਣੇ ਹੀ ਉਹਨਾਂ ਨਾਲ ਗੱਲ ਹੋਈ ਹੈ, ਸ਼ੋਰੂਮ ਵਾਲਾ ਰਾਣਾ ਫਾਰਮ ਨਾਲ। ਉਹਨਾਂ ਕਿਹਾ ਕਿ ਕੇ ਸੀਰੀਅਲ ਤੇ ਤੁਹਾਨੂੰ 24 ਦੀ ਸੀਰੀਅਲ ਦੋਨੋਂ ਮਿਲ ਰਹੇ ਨੇ। ਦੋਵੇਂ 24 ਮਾਡਲ ਨੇ। ਅੱਛਾ ਜੀ, ਇਹਦੇ ਵਿੱਚ ਕੋਈ ਤਬਦੀਲੀ ਆਈ ਹੈ 2024 ਦੇ ਵਿੱਚ ਕਿ ਸੇਮ ਟਰੈਕਟਰ? ਸੇਮ ਟਰੈਕਟਰ ਹੈ, ਕੋਈ ਤਬਦੀਲੀ ਨਹੀਂ ਫਿਲਹਾਲ। ਤੇ ਜਿਹੜੇ ਦੋਸਤ ਦਸੰਬਰ ਦੇ ਮਹੀਨੇ 'ਚ ਇਸ ਤੋਂ ਟਰੈਕਟਰ ਬੁੱਕ ਨਹੀਂ ਕਰਵਾ ਰਹੇ ਕਿ 2024 ਦੇ ਵਿੱਚ ਨਵਾਂ ਮਾਡਲ ਆ ਜਾਵੇ ਜਾਂ ਕੀਮਤਾਂ 'ਚ ਕੋਈ ਫਰਕ ਆਵੇ ਤੇ ਫਿਰ ਲਈਏ, ਤੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਉਮੀਦ ਹੈ 2024 ਦੇ ਵਿੱਚ ਟਰੈਕਟਰ ਚੇਂਜ ਹੋ ਕੇ ਆਵੇ, ਕੋਈ ਸਟicker ਚੇਂਜ ਹੋਵੇ, ਉੱਥੇ ਤਬਦੀਲੀ ਆਵੇ ਜਾਂ? ਮੇਰੇ ਖਿਆਲ ਨਾਲ ਕੋਈ ਚੇਂਜਿੰਗ ਦਾ ਵੀ ਕੋਈ ਇਸ਼ੂ ਨਹੀਂ ਆ ਰਿਹਾ ਔਰ ਨਾ ਕੋਈ ਕੀਮਤਾਂ ਡਾਊਨ ਹੋਣ ਦਾ ਇਸ਼ੂ ਆ ਰਿਹਾ। ਮਤਲਬ ਜਿਹੜਾ 2024 ਆ ਗਿਆ ਵਾ ਸੇਮ ਇਹੀ ਚੱਲੇਗਾ ਔਰ ਇਹੀ ਰਹੇਗਾ ਜੀ, ਸੇਮ ਇਹੀ ਚੱਲਣਾ ਹੈ ਔਰ ਸੇਮ ਇਹੀ ਰੇਟ ਰਹਿਣਾ ਨੇ। ਲਓ ਜੀ, ਦੇਖਣ ਵਾਲੇ ਦੋਸਤਾਂ ਤੱਕ ਆਪਾਂ ਖਬਰ ਪਹੁੰਚਾਉਂਦੇ ਜਾਈਏ ਕਿ ਇਹ ਅਪਡੇਟ ਅੱਜ ਦੀ ਕਿ 2024 ਮਾਡਲ ਜਿਹੜਾ ਵਾ ਲਾਂਚ ਹੋ ਗਿਆ ਵਾ। ਤੇ ਚੋਰ ਸਾਹਿਬ ਨਾਲ 2 ਟਰੈਕਟਰ ਖੁਦ ਬੁੱਕ ਕਰਵਾਏ ਨੇ 2024 ਮਾਡਲ ਦੇ, ਉਹਨਾਂ ਨੂੰ ਅੱਜ ਮਿਲੇ ਨੇ। ਤੇ ਜਿਹੜੇ ਦੋਸਤ ਇਸ ਕਰਕੇ ਮਾਰਕੀਟ ਦੇ ਵਿੱਚੋਂ ਪਰਚੇਜ਼ਿੰਗ ਨਹੀਂ ਕਰ ਰਹੇ ਕਿ ਉਹ 2024 ਮਾਡਲ ਨਵਾਂ ਆ ਜਾਵੇ ਤੇ ਫਿਰ ਆਪਣਾ ਟਰੈਕਟਰ ਜਿਹੜਾ ਵਾ ਉਹ ਲੈਣ, ਉਹਨਾਂ ਲਈ ਇਹੀ ਅਪਡੇਟ ਆ ਕਿ ਆਪਣੀ ਬੁਕਿੰਗ ਕਰਵਾ ਲੈਣ, ਟਰੈਕਟਰ ਆਪਣਾ ਲੈ ਲੈਣ, ਕਿਉਂਕਿ 2024 ਮਾਡਲ ਜਿਹੜਾ ਟਰੈਕਟਰ ਆ ਉਹ ਮਾਰਕੀਟ ਦੇ ਵਿੱਚ ਆ ਚੁੱਕਿਆ ਵਾ ਸੇਮ ਸ਼ੇਪ ਦੇ ਵਿੱਚ, ਸੇਮ ਸਟਿੱਕਰਾਂ ਦੇ ਵਿੱਚ ਔਰ ਸੇਮ ਰੇਟਾਂ ਦੇ ਨਾਲ। ਉਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਕੀਤੀ ਗਈ। ਤੇ ਦੇਖਣ ਵਾਲੇ ਦੋਸਤਾਂ ਨੂੰ ਅਗਰ ਕੋਈ ਹੋਰ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਆ, ਅਪਡੇਟ ਚਾਹੀਦੀ ਆ, ਤੇ ਸਾਨੂੰ ਕਮੈਂਟ ਕਰਕੇ ਦੱਸਣ, ਅਸੀਂ ਉਹਦੇ ਉੱਤੇ ਵੀਡੀਓ ਬਣਾ ਕੇ ਉਹਨਾਂ ਨੂੰ ਅਪਡੇਟ ਕਰਾਂਗੇ। ਤੇ ਜੇ ਸਾਡੀ ਵੀਡੀਓ ਪਸੰਦ ਆਵੇ, ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ, ਤੇ ਨਵੀਂ ਵੀਡੀਓ 'ਚ ਆਪਾਂ ਤੁਹਾਡੇ ਨਾਲ ਇੱਦਾਂ ਦੀ ਅਪਡੇਟ ਲੈ ਕੇ ਮਿਲਾਂਗੇ। ਸਾਨੂੰ ਇਜਾਜ਼ਤ ਦਿਓ ਜੀ, ਰੱਬ ਰਾਖਾ।